ਵਾਹਿਗੁਰੂ। ਗ੍ਰਸਤ ਤੇ ਵਿਕਾਰ। ਜੋ ਸ਼ਕਤੀ ਮਨੁੱਖ ਸਰੀਰਕ ਜੀਵਨ ਵਿੱਚ ਸੰਸਾਰ ਰਚਨਾ ਹਿਤ ਪੈਦਾ ਕੀਤੀ ਗਈ ਹੈ, ਇਸ ਦੀ ਸੰਜਮ ਸਹਿਤ ਵਰਤੋਂ ਹੀ ਜਗਤ ਨੂੰ ਕਾਇਮ ਰੱਖਦੀ ਹੈ। ਮਨੁੱਖੀ ਸਮਾਜ ਨੂੰ ਬਣਾਉਂਦੀ ਹੈ। ਇਸ ਲਈ ਸਤਿਗੁਰਾਂ ਨੇ ਅੰਮ੍ਰਿਤਧਾਰੀ ਸਿੱਖ ਲਈ ਗ੍ਰਸਤੀ ਜੀਵਨ ਦੀ ਸਿਫਾਰਿਸ਼ ਕੀਤੀ ਹੈ। ਇਹ ਜੀਵਨ ਸੰਨਿਆਸ ਦੇ ਜੀਵਨ ਤੋਂ ਉਚੇਰਾ ਹੈ, ਕਿਉਂਕਿ ਜੋ ਅਤੀਤ ਸੰਸਾਰਕ ਜ਼ਿੰਮੇਵਾਰੀਆਂ ਤੋਂ ਘਬਰਾ ਕੇ ਨੱਸੇ ਹੋਏ ਕਾਇਰ ਦਾ ਨਾਮ ਹੈ। ਗ੍ਰਸਤੀ ਜ਼ਿੰਮੇਵਾਰੀਆਂ ਨੂੰ ਮੋਢੇ 'ਤੇ ਲੈਂਦਾ ਹੈ ਤੇ ਜਿਸ ਤਰ੍ਹਾਂ ਇਸ ਨੂੰ ਕਿਸੇ ਜੰਮਿਆ ਤੇ ਪਾਲਿਆ ਸੀ, ਉਸੇ ਨੂੰ ਜੰਮ ਪਾਲ ਕੇ ਸਮਾਜ ਦਾ ਰਿਣ ਅਦਾ ਕਰਦਾ ਹੈ। ਇਹ ਅਰਿਣੀ ਜੀਵਨ ਹੈ। ਇਸ ਵਿੱਚ ਰਹਿੰਦਿਆਂ ਹੀ ਸੇਵਾ ਤੇ ਉਪਕਾਰ ਦੀ ਜਾਚ ਆਉਂਦੀ ਹੈ। ਗੁਰਮਤਿ ਇਸ ਨੂੰ ਸਰਬੋਤਮ ਜੀਵਨ ਕਹਿੰਦੀ ਹੈ। ਪਰ ਗੁਰਮਤਿ ਤੋਂ ਉਕਿਆ ਤੇ ਕੁਰਾਹੇ ਪਿਆ ਹੋਇਆ ਸੰਜਮ ਰਹਿਤ ਜੀਵਨ ਇਸ ਜਗਤ ਮਰਿਆਦਾ ਨੂੰ ਕਾਇਮ ਰੱਖਣ ਵਾਲੀ ਵਡਮੁੱਲੀ ਸ਼ਕਤੀ ਨੂੰ ਵਿਕਾਰ ਵਿੱਚ ਬਦਲ ਦਿੰਦਾ ਹੈ। ਇਸ ਕਰਕੇ ਰਹਿਤਵਾਨ ਸਿੱਖ ਨੂੰ ਤਾਕੀਦ ਕੀਤੀ ਗਈ ਕਿ ਉਹ ਨਿਜ ਇਸਤਰੀ ਜਾਂ ਪੁਰਸ਼ ਤੋਂ ਬਿਨਾਂ ਹੋਰ ਜਗਤ ਦੀ ਇਸਤਰੀਆਂ ਅਤੇ ਮਨੁੱਖਾਂ ਨੂੰ ਮਾਂ, ਭੈਣ, ਪੁੱਤਰੀ ਜਾਂ ਪਿੱਤ ਭਰਾ ਜਾਂ ਪੁੱਤਰ ਕਰ ਸਮਝੇ। ਆਪਣੀ ਇਸਤਰੀ ਜਾਂ ਪੁਰਸ਼ ਤੋਂ ਬਗੈਰ ਕਿਸੇ ਦੂਸਰੀ ਇਸਤਰੀ ਨਾਲ ਜਿਨਸੀ ਤਾਲੁਕ ਕਾਇਮ ਕਰਨਾ ਰਹਿਤਹੀਣ ਹੋ ਜਾਣਾ ਹੈ। ਇਸ ਲਈ ਰਹਿਤਵਾਨ ਸਿੱਖ ਨੂੰ ਇਸ ਜਗ ਦਾ ਹਰ ਵੇਲੇ ਖਿਆਲ ਰੱਖਣਾ ਪਏਗਾ ਕਿ ਉਹ ਅਸੰਜਮੀ ਹੋ ਰਹਿਤ ਤੋਂ ਗਿਰ ਮਨੁੱਖੀ ਜੀਵਨ ਨਾ ਖੋ ਬਹੇ। ਸਿੱਖ ਜੀਵਨ ਚੂੰਕਿ ਅਮਲੀ ਜੀਵਨ ਹੈ, ਇਸ ਕਰਕੇ ਇਸ ਵਿੱਚ ਕਦਮ ਕਦਮ 'ਤੇ ਜੀਵਨ ਦੇ ਅਮਲੀ ਪਹਿਲੂਆਂ ਵੱਲ ਧਿਆਨ ਦਿਵਾਇਆ ਗਿਆ ਹੈ। ਨਿਜ ਨਾਰੀ ਜਾਂ ਪੁਰਸ਼ ਤਿਆਗ, ਪਰ ਨਾਰੀ ਜਾਂ ਪੁਰਸ਼ ਦਾ ਸੰਗ ਸਿੱਖ ਲਈ ਕੁਰਹਿਤ ਹੈ। ਸਵੈ ਸਤਕਾਰ ਤੇ ਹੰਕਾਰ। ਜੀਵਨ ਦੇ ਦੋ ਭੇਦ ਹਨ। ਇੱਕ ਹੈ ਉਸ ਸਵੈ ਸਰੂਪ ਨੂੰ ਜਾਣਨਾ ਤੇ ਦੂਜਾ ਹੈ ਭੁਲੇਖੇ ਵਿੱਚ ਪੈ ਉਸ ਦਾ ਝੂਠਾ ਮਦ ਪੈਦਾ ਕਰ ਲੈਣਾ। ਸਿੰਘ ਜੀਵਨ ਵਿੱਚ ਮਨੁੱਖ ਨੂੰ ਜਗਤ ਜੀਵਨ ਪ੍ਰਭੂ ਦੀ ਜੋਤ ਦੱਸਿਆ ਗਿਆ ਹੈ। ਇਸ ਲਈ ਉਹ ਆਪੇ ਨੂੰ ਜਿਤਨਾ ਵੀ ਉੱਚਾ ਤੇ ਸੁੱਚਾ ਸਮਝੇ, ਉਤਨਾ ਹੀ ਥੋੜ੍ਹਾ ਹੈ। ਪਰ ਜਦੋਂ ਮਨੁੱਖ ਨਿਜ ਆਪੇ ਨੂੰ ਜਗਤ ਜੀਵਨ ਜੋਤ ਦੀ ਅੰਸ਼ ਜਾਣਨ ਤੋਂ ਉਖੜ ਕੇਵਲ ਸਰੀਰ ਤੇ ਉਸ ਦੇ ਭੋਗਾਂ ਨੂੰ ਹੀ ਆਪਾ ਜਾਣ ਲੈਂਦਾ ਹੈ, ਤਾਂ ਉਸ ਵਿੱਚ ਝੂਠਾ ਮਦ ਪੈਦਾ ਹੋ ਜਾਂਦਾ ਹੈ। ਉਹ ਫਿਰ ਅਮਰ ਜੀਵਨ ਤੇ ਸੱਚਾ ਨਾਜ਼ ਕਰਨ ਦੀ ਥਾਂ ਅਸਥਾਈ ਸਰੀਰ ਤੇ ਉਸ ਦੇ ਝੂਠੇ ਭੋਗਾਂ ਦਾ ਅਭਿਮਾਨ ਕਰਨ ਲੱਗ ਪੈਂਦਾ ਹੈ। ਇਹ ਅਭਿਮਾਨ ਮਨੁੱਖ ਦੇ ਆਪਣੇ ਲਈ ਤੇ ਉਸ ਦੇ ਨਾਲ ਵਰਤਣ ਵਾਲੇ ਦੂਜੇ ਮਨੁੱਖਾਂ ਲਈ ਭਾਰੇ ਦੁੱਖ ਦਾ ਕਾਰਨ ਹੁੰਦਾ ਹੈ। ਸਤਿਗੁਰਾਂ ਨੇ ਇਸ ਨੂੰ ਦੀਰਘ ਰੋਗ ਕਿਹਾ ਹੈ ਤੇ ਇਸ ਦੇ ਰੋਗ ਤੇ ਰੋਗੀ ਨੂੰ ਦੂਜਿਆਂ ਦਾ ਅਪਮਾਨ ਕਰਕੇ ਉਹਨਾਂ ਕੋਲੋਂ ਭੈ ਤੇ ਉਹਨਾਂ ਦੇ ਹਰ ਵਕਤ ਜਵਾਬੀ ਚੋਟ ਕਰਨ ਦਾ ਭਰਮ ਬਣਿਆ ਰਹਿੰਦਾ ਹੈ। ਇਸ ਹਉਮੈ ਤਿਆਗਣ ਨਾਲ ਹੀ ਮਨੁੱਖ ਦੇ ਭਰਮ ਭਾਉ ਕੱਟੇ ਜਾ ਸਕਦੇ ਹਨ। ਉਹ ਨੇ ਕੇਵਲ ਜੀਵਨ ਲੈ ਸਕਦਾ ਹੈ। ਉਸ ਦਾ ਜਨਮ ਮਰਨ ਦਾ ਸਹਿਸਾ ਚੁੱਕ ਜਾਂਦਾ ਹੈ। ਅਸਲ ਵਿੱਚ ਮਿਥਿਆ ਹੰਕਾਰ ਮਨੁੱਖੀ ਜੀਵਨ ਲਈ ਚੰਦਰਮਾ 'ਤੇ ਛਾ ਰਹੀ ਕਾਲੀ ਘਟਾ ਵਾਂਗ ਹੁੰਦਾ ਹੈ
ਜਿਸ ਤਰ੍ਹਾਂ ਘਟਾ ਚੰਦ ਦੀ ਚਾਂਦਨੀ ਨੂੰ ਮਾਤ ਪਾ ਦਿੰਦੀ ਹੈ, ਇਸੇ ਤਰ੍ਹਾਂ ਹੀ ਹੰਕਾਰ ਮਨੁੱਖ ਦੇ ਜੀਵਨ ਜੋਤੀ ਦੇ ਪ੍ਰਕਾਸ਼ ਨੂੰ ਨਿੰਮਾ ਕਰ ਦਿੰਦਾ ਹੈ। ਇਸ ਕਰਕੇ ਉਸ ਦੇ ਧੁੰਦਲੇ ਜੀਵਨ ਵਿੱਚ ਕਾਮ, ਕ੍ਰੋਧ, ਝੂਠ, ਨਿੰਦਾ, ਕਾਮਨਾ, ਮੋਹ ਤੇ ਮਾਇਆ ਦਾ ਲਾਲਚ ਆ ਜਾਂਦਾ ਹੈ। ਜੇ ਇੱਕ ਹੰਕਾਰ ਛੱਡ ਦੇਵੇ ਤਾਂ ਤਮਾਮ ਬੁਰਾਈਆਂ ਦੂਰ ਹੋ ਸਕਦੀਆਂ ਹਨ ਤੇ ਉਸ ਨੂੰ ਮਾਇਆ ਦੇ ਪਸਾਰੇ ਵਿੱਚੋਂ ਹੀ ਮਾਲਕ ਦਾ ਜਲਵਾ ਦਿਸਾਉਂਦਾ ਹੈ। ਸਤਿਗੁਰਾਂ ਨੇ ਫਰਮਾਇਆ ਹੈ ਕਿ ਹੰਕਾਰ ਕਰਨ ਵਾਲੇ ਤੋਂ ਕਰਤਾਰ ਭਿੰਨ ਰਹਿੰਦਾ ਹੈ। ਸਤਿਗੁਰੂ ਸਿੱਖ ਦਾ ਹਉਮੈ ਰੋਗ ਮਿਟਾਉਂਦੇ ਹਨ। ਉਹ ਉਸ ਦੇ ਤਬੀਬ ਹਨ। ਇਸੇ ਵਾਸਤੇ ਹੀ ਖਾਲਸੇ ਨੂੰ ਅਭਿਮਾਨ ਤਿਆਗਣ ਦਾ ਹੁਕਮ ਹੈ। ਸੋ ਖਾਲਸੇ ਨੇ ਆਪਣੇ ਆਪ ਨੂੰ ਭੋਗਾਂ ਦਾ ਸਾਧਨ ਸਰੀਰ ਸਮਝ ਝੂਠੇ ਅਭਿਮਾਨ ਵਿੱਚ ਪ੍ਰਵਿਰਤ ਨਹੀਂ ਹੋਣਾ ਤੇ ਜਗਤ ਨਾਲ ਮਿੱਠਾ ਰਹਿਣਾ ਹੈ। ਪਰ ਜਿੱਥੇ ਸਵੈ ਸਤਿਕਾਰ ਦਾ ਸਵਾਲ ਆਵੇ ਉੱਥੇ ਪੂਰਾ ਡਟਣਾ ਹੈ, ਕਿਉਂ ਜੋ ਸੋਤਾ ਦਾ ਉਭਾਰਨਾ, ਦੁਸ਼ਟਾਂ ਦਾ ਗਾਲਣਾ, ਧਰਮ ਦੀ ਥਾਪਨਾ ਤੇ ਅਧਰਮ ਦਾ ਨਾਸ਼ ਕਰਨਾ ਹੀ ਖਾਲਸੇ ਦਾ ਜੀਵਨ ਮਨੋਰਥ ਹੈ। ਇਸ ਲਈ ਜਿੱਥੇ ਸੰਤਾਂ ਅੱਗੇ ਨਿਮਰਤਾ ਤੇ ਧਰਮੀਆਂ ਨਾਲ ਨਿਮਰਤਾ ਨਾਲ ਅਧੀਨਗੀ ਵਰਤਣੀ ਹੈ, ਉੱਥੇ ਦੁਸ਼ਟਾਂ ਨਾਲ ਤੇਜ ਅਤੇ ਪਾਪੀਆਂ ਨਾਲ ਕਰਾਰੇ ਹੱਥ ਵਰਤਣੇ ਹਨ। ਖਾਲਸੇ ਨੇ ਜੀਵਨ ਦੇ ਨਿੱਕੇ ਤੋਂ ਨਿੱਕੇ ਪਹਿਲੂ ਵਿੱਚ ਵੀ ਇਹ ਖਿਆਲ ਰੱਖਣਾ ਹੈ ਕਿ ਨਾ ਉਹ ਹੰਕਾਰੀ ਹੋਵੇ, ਕਿਉਂਕਿ ਹੰਕਾਰੀ ਸਫਲ ਨਹੀਂ, ਤੇ ਨਾ ਹੀ ਉਹ ਸਵੈ ਸਤਿਕਾਰ ਤੋਂ ਗਿਰਿਆ ਹੋਇਆ ਕਾਇਰ ਹੋਵੇ, ਕਿਉਂ ਜੋ ਕਾਇਰ ਕਮੀਨਾ ਹੈ। ਸਿੰਘ ਨੇ ਸਵੈ ਸਤਿਕਾਰ ਨੂੰ ਹਾਨੀ ਨਹੀਂ ਪੁੱਜਣ ਦੇਣੀ। ਖਾਲਸਾ ਚਲਣ ਵਿੱਚ ਜਿੱਥੇ ਸਿੱਖ ਨੂੰ ਹਉਮੈ ਤੋਂ ਬਚਣ ਦੀ ਪੈਰ ਪੈਰ 'ਤੇ ਤਾਕੀਦ ਕੀਤੀ ਗਈ ਹੈ, ਉੱਥੇ ਸਵੈ ਸਤਿਕਾਰ ਕਾਇਮ ਰੱਖਣ ਵੱਲ ਵੀ ਕਾਫੀ ਇਸ਼ਾਰੇ ਹਨ। ਜਿਹਾ ਕਿ ਇਬਰਾਹਿਮੀ ਸੁੰਨਤ ਨਾਲ ਜ਼ਿਬਾ ਕੀਤਾ ਹੋਇਆ ਮਾਸ ਖਾਣਾ ਸਿੰਘ ਨੂੰ ਪੰਥ ਵਿੱਚੋਂ ਖਾਰਜ ਕਰ ਦਿੰਦਾ ਹੈ। ਸਵੈ ਸਤਿਕਾਰ ਤੋਂ ਬਿਨਾਂ ਮਨੁੱਖ ਨਾ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਤੇ ਨਾ ਹੀ ਉਸ ਦੇ ਕੋਲੋਂ ਉਚੇਰੀ ਕਰਤੂਤ ਹੋ ਸਕਦੀ ਹੈ। ਖਾਲਸੇ ਲਈ ਨਿਰਧਨ ਨੂੰ ਪਾਲਣ ਤੇ ਦੁਸ਼ਟ ਨੂੰ ਗਾਲਣ ਦਾ ਹੁਕਮ ਆਇਆ ਹੈ। ਹੁਣ ਇਸ ਦੀਨ ਨਿਵਾਜਨ ਤੇ ਦੁਸ਼ਟ ਗਾਲਣ ਦੀ ਵਰਤੋਂ ਵਿੱਚ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੰਘ ਨੇ ਥਾਂ ਥਾਂ 'ਤੇ ਰਣ ਮੰਡਣਾ ਹੈ। ਜੇ ਉਹ ਸਵੈ ਸਤਿਕਾਰ ਪੂਰਤ ਜੀਵਨ ਨਾ ਰੱਖੇਗਾ ਤਾਂ ਉਹ ਰਣ ਵਿੱਚ ਕਿਸ ਤਰ੍ਹਾਂ ਕਾਇਮ ਰਹੇਗਾ। ਉਸ ਦੇ ਲਈ ਹੁਕਮ ਹੈ ਕਿ ਉਹ ਰਣ ਵਿੱਚੋਂ ਕਦੇ ਨਾ ਭੱਜੇ ਤੇ ਸੱਚੇ ਸ਼ਸਤਰਧਾਰੀ ਵਾਂਗ ਗੱਜ ਵੱਜ ਕੇ ਵੀਰ ਕਿਰਿਆ ਕਰੇ। ਉਹ ਸਵੈ ਸਤਿਕਾਰ ਦ੍ਰਿੜਾਉਣ ਦਾ ਹੀ ਭੇਦ ਸੀ ਕਿ ਜਿਸ ਵਿੱਚ ਸਤਿਗੁਰਾਂ ਨੇ ਇੱਕ ਸਿੰਘ ਨੂੰ ਲੱਖਾਂ ਨਾਲ ਸਨਮੁਖ ਲੜ ਜਾਣ ਦੇ ਯੋਗ ਬਣਾਉਣ ਦਾ ਦਾਅਵਾ ਕੀਤਾ ਸੀ ਤੇ ਉਹ ਦਾਅਵਾ ਨਿਕਲਿਆ ਵੀ ਠੀਕ। ਇਸੇ ਹੀ ਸਵੈ ਸਤਿਕਾਰ ਦੇ ਬਲ ਉੱਤੇ ਸਤਿਗੁਰਾਂ ਨੇ ਫਰਮਾਇਆ ਸੀ ਕਿ ਉਹ ਸਮਾਜ ਵਿੱਚੋਂ ਦਲੀਆਂ ਹੋਈਆਂ ਤੇ ਨੀਵੀਆਂ ਕਹੀਆਂ ਜਾਣ ਵਾਲੀਆਂ ਕੌਮਾਂ ਨੂੰ ਖਾਲਸਾ ਬਣਾ ਬਾਦਸ਼ਾਹੀ ਦੇਣਗੇ। ਉਹਨਾਂ ਦਾ ਖਿਆਲ ਸੀ ਕਿ ਖਾਲਸਾ ਇਤਨਾ ਸਵੈ ਸਤਿਕਾਰੀ ਹੋਵੇਗਾ ਕਿ ਉਹ ਆਪਣੇ ਆਪ ਨੂੰ ਖੁਦਾ ਸਮਝੇਗਾ, ਪਰ ਹੰਕਾਰ ਕਰਕੇ ਨਹੀਂ, ਸਗੋਂ ਉਹਨਾਂ ਖੁਸ਼ੀਆਂ ਦੇ ਧਾਰਨ ਕਰਕੇ ਜੋ ਖੁਦਾ ਨਾਲ ਇਕਮਿਕ ਹੋਇਆਂ ਬੰਦਿਆਂ ਵਿੱਚ ਹੁੰਦੀਆਂ ਹਨ। ਉਹ ਬਿਨਾਂ ਸੱਚੇ ਰੱਬ ਦੇ ਹੁਕਮ ਦੇ ਹੋਰ ਕਿਸੇ ਦੀ ਆਨ ਨਹੀਂ ਮੰਨਦਾ। ਇਸ ਸਵੈ ਸਤਿਕਾਰ ਤੋਂ ਬਿਨਾਂ ਹੋਰ ਧਨ, ਮਾਣ, ਵਡਿਆਈ, ਹਕੂਮਤ ਜਾਂ ਵਿਦਿਆ ਕਿਸੇ ਵੀ ਚੀਜ਼ ਦਾ ਅਭਿਮਾਨ ਨਹੀਂ ਕਰੇਗਾ, ਸਗੋਂ ਇਸ ਨੂੰ ਗੁਰੂ ਪਰਮੇਸ਼ਰ ਦੀ ਦਾਤ ਸਮਝ ਇਸ ਦੀ ਪ੍ਰਾਪਤੀ ਤੇ ਆਪਣ ਅੱਗੇ ਹੋਰ ਵੀ ਚੁੱਕੇਗਾ। ਵਾਹਿਗੁਰੂ।